ਪੰਜਾਬੀ ਭਾਸ਼ਾ ਨੂੰ ਪਿਆਰ ਕਰਨ ਵਾਲੇ ਸਰੋਤਿਆਂ ਦਾ ਤਹਿ ਦਿਲੋਂ ਧੰਨਵਾਦ। ਅੱਜ ਤੁਸੀਂ ਸੁਣੋਗੇ ਡਾਕਟਰ ਨਰਿੰਦਰ ਸਿੰਘ ਕਪੂਰ ਜੀ ਦੁਆਰਾ ਲਿਖੀ ਕਿਤਾਬ ਮਾਲਾ ਮਨ ਕੇ ਭਾਗ ਦੂਜਾ। ਸੰਗੀਤਕਾਰ ਜਾਣਦੇ ਹੁੰਦੇ ਹਨ ਕਿ ਨਿਰੰਤਰ ਮਿਹਨਤ ਅਤੇ ਰਿਆਜ਼ ਨਾ ਕਰਨ ਨਾਲ ਕੋਈ ਪਿੱਛੋਂ ਆ ਕੇ ਅੱਗੇ ਲੰਘ ਜਾਵੇਗਾ। ਇਸ ਲਈ ਸਿਖਰਲੇ ਸੰਗੀਤਕਾਰ ਬਹੁਤ ਅਧਿਕ ਰਿਆਜ਼ ਕਰਦੇ ਹਨ। ਜਦੋਂ ਗੱਪਾਂ ਮਾਰੀਆਂ ਜਾਂਦੀਆਂ ਹਨ ਤਾਂ ਸਾਰਿਆਂ ਦੀ ਅਕਲ ਦਾ ਲਘੁੱਤਮ ਮਹੱਤਵ ਨਿਕਲ ਰਿਹਾ ਹੁੰਦਾ ਹੈ। ਕਈਆਂ ਦੀਆਂ ਅੱਖਾਂ ਅਣਪੜ੍ਹ ਪਰ ਉਹਨਾਂ ਦੇ ਕੰਨ ਬੜੇ ਵਿਦਵਾਨ ਹੁੰਦੇ ਹਨ। ਪਹਿਲੇ ਦਰਜੇ ਦਾ ਸਮਾਂ ਬੜਾ ਕੀਮਤੀ ਹੁੰਦਾ ਹੈ। ਇਹ ਮੌਲਿਕ ਕਾਰਜਾਂ ਵਿੱਚ ਲੱਗਦਾ ਹੈ। ਖੇਡਾਂ ਖੇਡਣ, ਫਿਲਮਾਂ ਵੇਖਣ, ਨਾਵਲ ਪੜ੍ਹਨ ਆਦਿ ਵਿੱਚ ਲੱਗਣ ਵਾਲਾ ਸਮਾਂ ਦੂਜੇ ਦਰਜੇ ਦਾ ਹੁੰਦਾ ਹੈ। ਤਾਸ਼ ਖੇਡਣ ਅਤੇ ਕ੍ਰਿਕਟ ਵੇਖਣ ਵਿੱਚ ਲੱਗੇ ਸਮੇਂ ਦਾ ਕੋਈ ਦਰਜਾ ਨਹੀਂ ਹੁੰਦਾ। ਜਦੋਂ ਕੋਈ ਇਸਤਰੀ ਕਿਸੇ ਪੁਰਸ਼ ਲਈ ਆਪਣੇ ਪਿਆਰ ਦਾ ਲੁਕਮਾ ਪ੍ਰਗਟਾਵਾ ਕਰਦੀ ਹੈ ਤਾਂ ਪਿਆਰ ਦੀ ਦਹਿਲੀਜ਼ ਟੱਪੀ ਜਾਂਦੀ ਹੈ। ਉਹ ਦੋਵੇਂ ਬਾਹਰਲੇ ਨਹੀਂ ਰਹਿੰਦੇ, ਅੰਦਰਲੇ ਹੋ ਜਾਂਦੇ ਹਨ। ਪ੍ਰਸਿੱਧੀ ਨੂੰ ਸੰਭਾਲਣਾ ਸੌਖਾ ਨਹੀਂ ਹੁੰਦਾ, ਕਿਉਂਕਿ ਪ੍ਰਸਿੱਧ ਹੋ ਕੇ ਡਿੱਗਣ ਦਾ ਖਤਰਾ ਵੱਧ ਜਾਂਦਾ ਹੈ। ਮੋਟਾ ਬੰਦਾ ਜਲਦੀ ਥੱਕ ਜਾਂਦਾ ਹੈ, ਉਸਨੂੰ ਭੁੱਖ ਲੱਗੀ ਹੀ ਰਹਿੰਦੀ ਹੈ। ਉਹ ਖਾਣ ਅਤੇ ਸੌਣ ਦਾ ਮਾਹਿਰ ਬਣ ਜਾਂਦਾ ਹੈ, ਜਿਸ ਕਾਰਨ ਉਸਨੂੰ ਕਿਸੇ ਵੱਡੇ ਅਤੇ ਮਹੱਤਵਪੂਰਨ ਕੰਮ ਦੇ ਯੋਗ ਨਹੀਂ ਸਮਝਿਆ ਜਾਂਦਾ। ਪੁਰਾਤਨ ਰੋਮ ਅਤੇ ਯੂਨਾਨ ਵਿੱਚ ਹਰੇਕ ਨਾਗਰਿਕ ਬਾਹਰੀ ਹਮਲੇ ਵੇਲੇ ਫੌਜ ਦਾ ਸਿਪਾਹੀ ਬਣ ਜਾਂਦਾ ਸੀ। ਜਿਹੜੀ ਇਸਤਰੀ ਆਪਣੇ ਪਤੀ ਤੋਂ ਨਿਰਾਸ਼ ਹੋ ਜਾਂਦੀ ਹੈ, ਉਹ ਬੱਚਿਆਂ ਨੂੰ ਆਪਣੀ ਟੇਕ ਬਣਾ ਲੈਂਦੀ ਹੈ, ਪਰ ਉਹ ਜਿਉਂਦੀ ਅੱਧੀ ਜ਼ਿੰਦਗੀ ਹੈ। ਅਸਮਾਨ ਵਿੱਚ ਮੱਸਿਆ ਦੀ ਰਾਤ ਨੂੰ ਤਾਰੇ ਬੜੇ ਹੁੰਦੇ ਹਨ, ਲੋੜ ਇੱਕ ਚੰਨ ਦੀ ਹੁੰਦੀ ਹੈ। ਜ਼ਿੰਦਗੀ ਦੀਆਂ ਤਪਦੀਆਂ ਧੁੱਪਾਂ ਵਿੱਚ ਕੋਈ ਕਿਸੇ ਦਾ ਸਾਥ ਨਹੀਂ ਦਿੰਦਾ, ਕੇਵਲ ਆਪਣਾ ਪਰਛਾਵਾਂ ਹੀ ਨਾਲ ਰਹਿੰਦਾ ਹੈ। ਜਿਹੜਾ ਪੁਰਸ਼ ਉਸਦੇ ਗੁੱਝੇ ਇਸ਼ਾਰੇ ਨਾ ਸਮਝੇ, ਇਸਤਰੀ ਉਸਨੂੰ ਬੇਵਕੂਫ ਕਹਿੰਦੀ ਹੈ। ਬੇਵਕੂਫ ਨਾ ਬਣੋ। ਕੁਝ ਦੀ ਗੱਲਬਾਤ ਭੁਲੇਖਿਆਂ ਅਤੇ ਗਲਤਫਹਿਮੀਆਂ ਨੂੰ ਦੂਰ ਕਰਨ ਵਾਲੀ ਅਤੇ ਦਿਲ ਨੂੰ ਟਿਕਾਉਣ ਵਾਲੀ ਹੁੰਦੀ ਹੈ। ਇੱਕ ਊਂਠ ਦੂਜੇ ਊਂਠ ਨੂੰ ਉਸਦੇ ਕੁੱਬ ਦਾ ਮਿਹਣਾ ਨਹੀਂ ਮਾਰਦਾ। ਜਿਹੜਾ ਹੌਸਲੇ ਵਿੱਚ ਫਾਡੀ ਹੋਵੇਗਾ, ਉਹ ਚਲਾਕੀ ਵਿੱਚ ਅੱਵਲ ਹੋਵੇਗਾ। ਇੱਕ ਹੌਂਕੇ ਨਾਲ ਔਰਤ ਪੁਰਸ਼ ਦੇ ਪੂਰੇ ਭਾਸ਼ਣ ਨਾਲੋਂ ਵਧੇਰੇ ਦੱਸ ਜਾਂਦੀ ਹੈ। ਜੇ ਚੀਜ਼ਾਂ ਅਤੇ ਵਿਅਕਤੀਆਂ ਨੂੰ ਵੇਖਣ ਦਾ ਢੰਗ ਬਦਲ ਲਓ ਤਾਂ ਵਿਅਕਤੀ ਅਤੇ ਚੀਜ਼ਾਂ ਬਦਲ ਜਾਣਗੀਆਂ। ਤੱਥਾਂ ਨੂੰ ਇਕੱਤਰ ਕਰਨ ਨੂੰ ਗਿਆਨ ਕਹਿੰਦੇ ਹਨ। ਇਹਨਾਂ ਨੂੰ ਤਰਤੀਬ ਨਾਲ ਜੋੜਨਾ ਸਿਆਣਪ ਕਹਾਉਂਦੀ ਹੈ। ਜੇ ਆਪਣੇ ਅਸੂਲਾਂ ਅਨੁਸਾਰ ਫੈਸਲੇ ਕਰਨੇ ਹੋਣ ਤਾਂ ਫੈਸਲੇ ਕਰਨੇ ਮੁਸ਼ਕਿਲ ਨਹੀਂ ਹੁੰਦੇ, ਪਰ ਇਹ ਫੈਸਲੇ ਅਮਲ ਵਿੱਚ ਲਿਆਉਣੇ ਮੁਸ਼ਕਿਲ ਹੋਣਗੇ। ਆਪਣੇ ਆਪ ਨਾਲ ਜਾਣ ਪਛਾਣ ਬਿਮਾਰੀ ਦੌਰਾਨ ਹੁੰਦੀ ਹੈ। ਆਪਣੀ ਸਮਰੱਥਾ ਦਾ ਪਤਾ ਖਾਲੀ ਜੇਬ ਨਾਲ ਲੱਗਦਾ ਹੈ। ਸ਼ਬਦਾਂ ਦੀ ਨਿਮਰਤਾ ਸਵੈ ਵਿਸ਼ਵਾਸ ਵਿੱਚੋਂ ਉਪਜਦੀ ਹੈ ਅਤੇ ਸਵੈ ਵਿਸ਼ਵਾਸ ਵਧਾਉਂਦੀ ਹੈ। ਸੋਚਣ ਦੀ ਨਿਮਰਤਾ ਸਿਆਣਪ ਦੀ ਡੂੰਘਾਈ ਵਿੱਚੋਂ ਉਪਜਦੀ ਹੈ। ਦੇਸ਼ ਦੀ ਨਿਮਰਤਾ ਸ਼ਰਧਾਲੂ ਉਪਜਾਉਂਦੀ ਹੈ। ਜਿਹੜਾ ਦਿਲ ਕੁਦਰਤ ਦੀਆਂ ਬਖਸ਼ਿਸ਼ਾਂ ਮਹਿਸੂਸ ਕਰ ਸਕਦਾ ਹੈ, ਉਹ ਅਦਿੱਖ ਪਰਮਾਤਮਾ ਨੂੰ ਲੱਭ ਰਹੀਆਂ ਅੱਖਾਂ ਨਾਲੋਂ ਵਧੇਰੇ ਵੇਖ ਸਕਦਾ ਹੈ। ਦਲਿਤਾਂ ਨੂੰ ਇਤਨਾ ਕੁਚਲਿਆ ਜਾਂਦਾ ਰਿਹਾ ਹੈ ਕਿ ਉਹਨਾਂ ਨੂੰ ਗਾਲਾਂ ਖਾਣ, ਠੁੱਡੇ ਥੱਪੜ ਮਾਰੇ ਜਾਣ ਦਾ ਇਤਰਾਜ਼ ਕਰਨ ਦੀ ਆਗਿਆ ਨਹੀਂ ਸੀ, ਪਰ ਉਹ ਹੁਣ ਠੋਕਵਾਂ ਜਵਾਬ ਵੀ ਦੇਣ ਲੱਗ ਪਏ ਹਨ। ਹਾਕਮ, ਜਮਾਤ ਅਤੇ ਪਰਜਾ ਦਾ ਨਖੇੜਾ ਦਾਖਲੇ ਵੇਲੇ ਸਕੂਲ ਦੀ ਚੋਣ ਨਾਲ ਹੀ ਹੋ ਜਾਂਦਾ ਹੈ। ਜਦੋਂ ਅੰਦਰ ਰੋਸ਼ਨੀ ਹੋ ਜਾਂਦੀ ਹੈ ਤਾਂ ਬਾਹਰਲਾ ਆਪੇ ਦਿਸਣ ਲੱਗ ਪੈਂਦਾ ਹੈ। ਕਈ ਵਾਰੀ ਦਲੀਲ ਨਹੀਂ ਹੁੰਦੀ, ਵਿਸ਼ਵਾਸ ਹੀ ਹੁੰਦਾ ਹੈ। ਕੋਲੰਬਸ ਨੂੰ ਕਿਸੇ ਹੋਰ ਧਰਤੀ ਦੇ ਹੋਣ ਦਾ ਵਿਸ਼ਵਾਸ ਹੀ ਸੀ, ਦਲੀਲ ਕੋਈ ਨਹੀਂ ਸੀ।
ਕਿਸਮਤ ਉਮੀਦ ਅਤੇ ਸਮਰੱਥਾ ਦਾ ਸੰਯੋਗ ਹੁੰਦੀ ਹੈ। ਖੁਸ਼, ਖੁਸ਼ਹਾਲ ਅਤੇ ਸੰਤੁਸ਼ਟ ਲੋਕਾਂ ਦਾ ਤੁਹਾਡੇ ਤੋਂ ਵੱਖਰਾ ਰੂਪ ਨਹੀਂ ਹੁੰਦਾ। ਜਦੋਂ ਪਹਿਲਾਂ ਮੁਸਲਮਾਨ ਅਤੇ ਮਗਰੋਂ ਅੰਗਰੇਜ਼ ਭਾਰਤ ਆਏ, ਉਦੋਂ ਸਾਡੇ ਦੇਸ਼ ਵਿੱਚ ਕੋਈ ਜੇਲ੍ਹ ਨਹੀਂ ਸੀ, ਵਕੀਲ ਨਹੀਂ ਸੀ, ਅਦਾਲਤ ਨਹੀਂ ਸੀ, ਕਿਉਂਕਿ ਕੋਈ ਅਪਰਾਧ ਵੀ ਨਹੀਂ ਸੀ। ਕਿਸਮਤ ਉਮੀਦ ਅਤੇ ਸਮਰੱਥਾ ਦਾ ਸੰਯੋਗ ਹੁੰਦੀ ਹੈ। ਖੁਸ਼, ਖੁਸ਼ਹਾਲ ਅਤੇ ਸੰਤੁਸ਼ਟ ਲੋਕਾਂ ਦਾ ਤੁਹਾਡੇ ਤੋਂ ਵੱਖਰਾ ਰੂਪ ਨਹੀਂ ਹੁੰਦਾ। ਅਸਹਿਮਤੀ ਨੂੰ ਅਪਮਾਨ ਸਮਝਣ ਦੇ ਭੁਲੇਖੇ ਕਰਕੇ ਅਸੀਂ ਸਮਝੌਤਾ ਨਹੀਂ ਕਰਦੇ, ਬਦਲਾ ਹੀ ਲੈਂਦੇ ਹਾਂ। ਯਾਦ ਤਾਂ ਉਹ ਹੁੰਦੀ ਹੈ ਜਿਸ ਦੇ ਆਉਣ 'ਤੇ ਅੱਖ ਲਿਸ਼ਕਦੀ ਹੈ ਅਤੇ ਗਰਦਨ ਉੱਚੀ ਹੋ ਜਾਂਦੀ ਹੈ। ਅਜੋਕੇ ਬਜ਼ੁਰਗ ਪਹਿਲੇ ਸਮਿਆਂ ਦੇ ਬਜ਼ੁਰਗਾਂ ਨਾਲੋਂ ਵਧੇਰੇ ਸੋਝੀ ਕਾਰਨ ਵਧੇਰੇ ਪਰੇਸ਼ਾਨ ਹਨ। ਕਿਸੇ ਨਾਲ ਪਿਆਰ ਪੈਣ ਨਾਲ ਢਹਿੰਦੀ ਕਲਾ ਤੋਂ ਛੁਟਕਾਰਾ ਮਿਲਦਾ ਹੈ। ਇੱਥੇ ਇਵੇਂ ਹੀ ਕਰਨ ਦਾ ਰਿਵਾਜ ਹੈ। ਇਹ ਵਾਕ ਉਹ ਬੋਲਦੇ ਹਨ ਜਿਨ੍ਹਾਂ ਵਿੱਚ ਕੇਵਲ ਨਕਲ ਕਰਨ ਦੀ ਯੋਗਤਾ ਹੁੰਦੀ ਹੈ। ਮਨੁੱਖ ਕੁਦਰਤ ਦੇ ਕਾਨੂੰਨਾਂ ਨੂੰ ਕੁਦਰਤ ਵਿਰੁੱਧ ਵਰਤਣ ਲੱਗ ਪਿਆ ਹੈ। ਸਾਰੇ ਜੀਵ ਜੰਤੂ ਆਲੇ ਦੁਆਲੇ ਅਨੁਸਾਰ ਢਲ ਜਾਂਦੇ ਹਨ। ਕੇਵਲ ਮਨੁੱਖ ਹੈ ਜਿਹੜਾ ਆਪਣੇ ਅਨੁਸਾਰ ਆਲੇ ਦੁਆਲੇ ਨੂੰ ਢਾਲਣ ਦਾ ਯਤਨ ਕਰਦਾ ਹੈ। ਬਹੁਤ ਸਫਲ ਵਿਅਕਤੀ ਅਸਫਲ ਹੋਣ ਤੋਂ ਲਾਪਰਵਾਹ ਹੋ ਕੇ ਸਫਲ ਹੁੰਦੇ ਹਨ। ਅਸੀਂ ਕਿਸੇ ਵਿਅਕਤੀ ਦੇ ਉਸ ਗੁਣ ਨੂੰ ਹੀ ਗੁਣ ਮੰਨਦੇ ਹਾਂ ਜੋ ਅਸੀਂ ਆਪਣੇ ਵਿੱਚ ਉਪਜਾਉਣ ਵਿੱਚ ਸਫਲ ਨਹੀਂ ਸੀ ਹੋਏ। ਚਲਾਕ ਇਸਤਰੀ ਬਹੁਤ ਸਿਆਣੇ ਪਤੀ ਦੇ ਮੁਕਾਬਲੇ ਮੂਰਖ ਪਰ ਅਮੀਰ ਪਤੀ ਨੂੰ ਤਰਜੀਹ ਦਿੰਦੀ ਹੈ। ਸਿਆਣੇ ਪਤੀ ਦੀ ਉਹ ਸੇਵਾਦਾਰਨੀ ਹੁੰਦੀ ਹੈ, ਮੂਰਖ ਪਤੀ ਤੋਂ ਉਹ ਸੇਵਾ ਕਰਵਾਉਂਦੀ ਹੈ। ਜੇ ਪਿਆਰ ਦਵੱਲਾ ਹੋਵੇ ਤਾਂ ਹੀ ਇਹ ਪਿਆਰ ਹੁੰਦਾ ਹੈ। ਇੱਕ ਵੱਲਾ ਪਿਆਰ ਪਿਆਰ ਨਹੀਂ ਹੁੰਦਾ, ਕੇਵਲ ਪਸੰਦ ਹੁੰਦੀ ਹੈ। ਸਦੀਆਂ ਤੋਂ ਸੂਰਜ ਮਨੁੱਖ ਦੀ ਘੜੀ ਅਤੇ ਚੰਦਰਮਾ ਮਨੁੱਖ ਦਾ ਕੈਲੰਡਰ ਹੈ। ਬਹੁਤੇ ਧਰਮਾਂ ਦੇ ਤਿਉਹਾਰ ਅੱਜ ਵੀ ਚੰਦਰਮਾ ਅਨੁਸਾਰ ਹਨ। ਜਿਹੜਾ ਸਾਨੂੰ ਪਸੰਦ ਨਹੀਂ ਹੁੰਦਾ, ਉਸ ਦੇ ਕੁਝ ਕਹਿਣ ਤੋਂ ਪਹਿਲਾਂ ਹੀ ਸਾਡੀ ਨਾਂਹ ਤਿਆਰ ਹੁੰਦੀ ਹੈ। ਦੁਸ਼ਮਣ ਜਾਂ ਵਿਰੋਧੀ ਦੇ ਦਿਸਦਿਆਂ ਹੀ ਦਿਲ ਸਖਤ ਹੋ ਜਾਂਦਾ ਹੈ। ਮਨ ਗਿਲਹਰੀ ਵਾਂਗ ਇੱਧਰੋਂ ਉੱਧਰ ਉਛਲਦਾ ਹੈ। ਸੁਰੱਖਿਅਤ ਸਥਿਰ ਰਹਿਣਾ ਮਨ ਦਾ ਸੁਭਾਅ ਨਹੀਂ ਹੈ, ਇਸੇ ਕਰਕੇ ਇਹ ਕਾਰਜਸ਼ੀਲ ਰਹਿੰਦਾ ਹੈ। ਜੇ ਤੁਸੀਂ ਯੋਗ ਅਤੇ ਹੁਸ਼ਿਆਰ ਹੋ ਤਾਂ ਤੁਹਾਡੇ ਕੰਮ ਦੀ ਹੌਲੀ ਰਫ਼ਤਾਰ ਦੇ ਵੀ ਚੰਗੇ ਅਰਥ ਕੱਢੇ ਜਾਣਗੇ। ਆਪਣੇ ਮਾਪਿਆਂ ਪ੍ਰਤੀ ਸਾਡੀ ਰਾਏ ਅਤੇ ਬਿਰਤੀ ਸਾਡੇ ਸਾਰੇ ਕਾਰਜਾਂ ਵਿੱਚ ਅਗਵਾਈ ਕਰਦੀ ਹੈ। ਪ੍ਰਸੰਨ ਉਹ ਹੁੰਦਾ ਹੈ ਜਿਹੜਾ ਸ਼ੀਸ਼ੇ ਵਿੱਚੋਂ ਜੋ ਦਿਸੇ ਉਸ ਨੂੰ ਪਸੰਦ ਕਰੇ। ਦਿਲ ਨੂੰ ਕਹੋ ਚੁੱਪ ਰਹਿ, ਨਹੀਂ ਮੰਨੇਗਾ। ਦਿਲ ਦਾ ਆਪਣਾ ਦਿਮਾਗ ਹੈ, ਇਹ ਆਪਣੇ ਢੰਗ ਨਾਲ ਸੋਚਦਾ ਅਤੇ ਕਰਦਾ ਹੈ। ਭੈੜੇ ਲੋਕ ਚੰਗੇ ਲੋਕਾਂ ਨਾਲੋਂ ਫੁਰਤੀਲੇ, ਤਿੱਖੇ, ਢੰਗੀ ਅਤੇ ਜੁਗਾੜੀ ਹੁੰਦੇ ਹਨ। ਇਹ ਸ਼ਕਤੀਸ਼ਾਲੀ ਹੁੰਦੇ ਹਨ, ਪਰ ਇਹ ਨਾਂਹ ਪੱਖੀ ਸੋਚ ਕਾਰਨ ਕਰਦੇ ਆਪਣਿਆਂ ਅਤੇ ਹੋਰਾਂ ਦਾ ਨੁਕਸਾਨ ਹੀ ਹਨ। ਬੱਚੇ ਇਸ ਲਈ ਪਿਆਰੇ ਲੱਗਦੇ ਹਨ ਕਿਉਂਕਿ ਜਦੋਂ ਉਹ ਖੇਡਦੇ ਹਨ ਉਦੋਂ ਖੇਡਦੇ ਹੀ ਹਨ, ਜਦੋਂ ਰੋਂਦੇ ਹਨ ਤਾਂ ਰੋਂਦੇ ਹੀ ਹਨ ਅਤੇ ਉਹ ਇੱਕ ਹਾਲਤ ਵਿੱਚੋਂ ਦੂਜੀ ਹਾਲਤ ਵਿੱਚ ਝੱਟ ਪ੍ਰਵੇਸ਼ ਕਰ ਜਾਂਦੇ ਹਨ। ਰੋਂਦਾ ਹੋਇਆ ਬੱਚਾ ਹੱਸਣ ਲੱਗ ਪੈਂਦਾ ਹੈ। ਚਲਾਕ ਉਹ ਹੁੰਦੇ ਹਨ ਜਿਨ੍ਹਾਂ ਨੂੰ ਆਪਣੇ ਔਗੁਣਾਂ ਦਾ ਪਤਾ ਹੁੰਦਾ ਹੈ, ਪਰ ਉਹ ਉਹਨਾਂ ਨੂੰ ਤਿਆਗਦੇ ਨਹੀਂ। ਬਹੁਤ ਚਲਾਕ ਵਿਅਕਤੀ ਆਪਣੇ ਔਗੁਣਾਂ ਨੂੰ ਖੁੱਲ੍ਹੇਆਮ ਸਵੀਕਾਰ ਕਰਦੇ ਹਨ। ਉਹ ਆਪਣੀ ਕਮਜ਼ੋਰੀ ਨੂੰ ਤਾਕਤ ਬਣਾ ਕੇ ਪੇਸ਼ ਕਰਨ ਦੀ ਬੇਈਮਾਨੀ ਕਰ ਰਹੇ ਹੁੰਦੇ ਹਨ। ਇਕਲੌਤੀ ਸੰਤਾਨ ਵਿੱਚ ਹੋਰਾਂ ਦਾ ਧਿਆਨ ਖਿੱਚਣ ਦੀ ਇੱਛਾ ਵਧੇਰੇ ਹੁੰਦੀ ਹੈ।
ਸਮੱਸਿਆ ਹੋਣ ਦੀ ਸੂਰਤ ਵਿੱਚ ਪੁਰਸ਼ ਅੰਦਰੋਂ ਅੰਦਰ ਉਬਲਦੇ ਰਹਿੰਦੇ ਹਨ, ਪਰ ਇਸਤਰੀਆਂ ਸਮੱਸਿਆ ਦਾ ਬੋਝ ਬਹੁਤਾ ਚਿਰ ਚੁੱਕ ਨਹੀਂ ਸਕਦੀਆਂ, ਸੋ ਉਹ ਬੋਲ ਕੇ, ਲੜ ਕੇ, ਰੋ ਕੇ ਬੋਝ ਤੋਂ ਮੁਕਤ ਹੋਣ ਦਾ ਯਤਨ ਕਰਦੀਆਂ ਹਨ। ਪਰ ਪੁਰਸ਼ ਗੁੰਝਲਦਾਰ ਹੋਣ ਕਰਕੇ ਕਈ ਸਾਲਾਂ ਤੱਕ ਬੋਝ ਚੁੱਕੀ ਰੱਖਦੇ ਹਨ ਅਤੇ ਕਈ ਰੋਗ ਸਹਿੜ ਲੈਂਦੇ ਹਨ। ਉਡੀਕਿਆ ਮੀਂਹ ਨੂੰ ਜਾਂਦਾ ਹੈ, ਬੱਦਲਾਂ ਦੀ ਗਰਜ ਨੂੰ ਨਹੀਂ। ਵੱਡੀ ਕੁਰਸੀ ਕਿਸੇ ਨੂੰ ਰਾਜਾ ਨਹੀਂ ਬਣਾਉਂਦੀ। ਜਿਹੜਾ ਆਪਣੀਆਂ ਸਮੱਸਿਆਵਾਂ ਸੁਲਝਾਉਣ ਲਈ ਅਕਲ ਦੀ ਥਾਂ ਕੇਵਲ ਤਾਕਤ ਵਰਤਦਾ ਹੈ, ਉਹ ਤਰਕ ਤੋਂ ਡਰਦਾ ਹੈ। ਜ਼ਿੰਦਗੀ ਦੇ ਮੁਸ਼ਕਿਲ ਰਸਤਿਆਂ ਤੇ ਟ੍ਰੈਫਿਕ ਜਾਮ ਨਹੀਂ ਲੱਗਦੇ। ਜੋ ਸਿੱਖਣ ਤੋਂ ਡਰ ਲੱਗਦਾ ਹੈ, ਉਸੇ ਨੂੰ ਸਿੱਖਣ ਦੀ ਲੋੜ ਹੁੰਦੀ ਹੈ। ਜੇ ਤੁਸੀਂ ਪਿਆਰ ਦੀ ਉਦਾਸੀ, ਮਾਯੂਸੀ, ਨਿਰਾਸ਼ਤਾ ਅਤੇ ਅਸਫਲਤਾ ਬਰਦਾਸ਼ਤ ਨਹੀਂ ਕੀਤੀ ਤਾਂ ਬਰਦਾਸ਼ਤ ਕੀ ਕੀਤਾ ਹੈ। ਪ੍ਰੇਮੀ ਉਦਾਸੀ ਮਾਣਦੇ ਹਨ, ਉਹ ਆਪਣੀ ਪਿਆਰੀ ਉਦਾਸੀ ਕਿਸੇ ਹੋਰ ਦੀ ਖੁਸ਼ੀ ਨਾਲ ਵਟਾਉਣ ਲਈ ਤਿਆਰ ਨਹੀਂ ਹੁੰਦੇ। ਸਿਕੰਦਰ ਵਿੱਚ ਹਾਰਿਆਂ ਦਾ ਸਤਿਕਾਰ ਕਰਨ ਅਤੇ ਉਹਨਾਂ ਤੋਂ ਸਤਿਕਾਰ ਪ੍ਰਾਪਤ ਕਰਨ ਦਾ ਹੁਨਰ ਸੀ। ਦਿਲ ਦੇ ਟੁੱਟਣ ਦਾ ਦਰਦ ਕੁਝ ਚਿਰ ਹੀ ਰਹਿੰਦਾ ਹੈ। ਜ਼ਿੰਦਗੀ ਚੱਲਦੀ ਰਹਿੰਦੀ ਹੈ, ਇਹ ਹਰ ਕਿਸੇ ਨੂੰ ਟੋਰ ਲੈਂਦੀ ਹੈ। ਇਹ ਰੁਕੇ ਹੋਏ ਨੂੰ ਬਰਦਾਸ਼ਤ ਨਹੀਂ ਕਰਦੀ, ਉਸ ਨੂੰ ਖਾਰਜ ਕਰਦੀ ਹੈ। ਭਾਵਨਾਵਾਂ ਸਾਡੀ ਦ੍ਰਿਸ਼ਟੀ ਨੂੰ ਧੁੰਦਲਾ ਕਰ ਦਿੰਦੀਆਂ ਹਨ। ਧੁੰਦਲੀ ਦ੍ਰਿਸ਼ਟੀ ਸਮੱਸਿਆਵਾਂ ਨੂੰ ਹੱਲ ਨਹੀਂ ਹੋਣ ਦਿੰਦੀ। ਬਹੁਤੇ ਲੋਕਾਂ ਕੋਲ ਜ਼ਿੰਦਗੀ ਦਾ ਉਦੇਸ਼ ਕੋਈ ਨਹੀਂ ਹੁੰਦਾ। ਕੁਝ ਇੱਛਾਵਾਂ ਅਤੇ ਆਸਾਂ ਉਮੀਦਾਂ ਹੀ ਹੁੰਦੀਆਂ ਹਨ। ਕੁਝ ਵੀ ਕਰੋਗੇ, ਸਮਾਂ, ਸ਼ਕਤੀ ਅਤੇ ਪੈਸਾ ਖਰਚ ਹੋਵੇਗਾ। ਇਹ ਚੀਜ਼ਾਂ ਜਿਤਨੀਆਂ ਘੱਟ ਵਿਅਰਥ ਜਾਣਗੀਆਂ, ਉਤਨੀ ਵਧੇਰੇ ਸਫਲਤਾ ਮਿਲੇਗੀ। ਬਹੁਤ ਮਹਿੰਗੀ ਜਿੱਤ ਨਹੀਂ, ਹਾਰ ਹੁੰਦੀ ਹੈ। ਭਾਵਨਾਵਾਂ ਨੂੰ ਕਾਬੂ ਵਿੱਚ ਰੱਖਣਾ, ਸਥਿਤੀ ਦੇ ਯਥਾਰਥ ਨੂੰ ਸਮਝਣਾ ਅਤੇ ਆਪਣੇ ਨਿਰਣਿਆਂ ਦੇ ਸਿੱਟਿਆਂ ਦਾ ਅਨੁਮਾਨ ਲਾਉਣਾ ਬੜੀਆਂ ਵੱਡੀਆਂ ਯੋਗਤਾਵਾਂ ਹੁੰਦੀਆਂ ਹਨ। ਕਿਸੇ ਨੂੰ ਸਿੱਧੀ ਸੱਟ ਮਾਰੋਗੇ, ਮੋੜਵਾਂ ਹਮਲਾ ਕਰੇਗਾ। ਅਸਿੱਧੀ ਸੱਟ ਦਾ ਜਵਾਬ ਦੇਣਾ ਸੰਭਵ ਨਹੀਂ ਹੁੰਦਾ। ਅਫਵਾਹ ਫੈਲਾਉਣੀ ਅਸਿੱਧੀ ਸੱਟ ਹੁੰਦੀ ਹੈ। ਹੁਣ ਜਦੋਂ ਕੁਝ ਮਹੱਤਵਪੂਰਨ ਵਾਪਰਦਾ ਹੈ ਤਾਂ ਲੋਕ ਨਿਰਪੱਖ ਟੈਲੀਵਿਜ਼ਨ ਚੈਨਲ ਤੋਂ ਸਥਿਤੀ ਜਾਣਨ ਦਾ ਉਪਰਾਲਾ ਕਰਦੇ ਹਨ। ਉਹ ਕਿਸੇ ਸਰਕਾਰੀ ਬਿਆਨ ਦੀ ਪਰਵਾਹ ਨਹੀਂ ਕਰਦੇ। ਇਹ ਮੀਡੀਆ ਦੀ ਤਾਕਤ ਹੈ। ਜਿਹੜਾ ਯੋਗ ਸਿਖਾਉਣ ਕਾਰਨ ਸਾਰੇ ਦੇਸ਼ ਵਿੱਚ ਪ੍ਰਸਿੱਧ ਹੋਇਆ ਸੀ, ਉਹ ਵਪਾਰੀ ਬਣ ਕੇ ਹੋਰ ਵਪਾਰੀਆਂ ਵਾਂਗ ਬੇਈਮਾਨੀਆਂ ਕਰਨ ਲੱਗ ਪਿਆ ਹੈ। ਜੇ ਤੁਸੀਂ ਆਪਣੇ ਸੁਪਨਿਆਂ ਨੂੰ ਸੱਚ ਕਰ ਵਿਖਾਉਣਾ ਹੈ ਤਾਂ ਘੜੀ ਵੇਖ ਕੇ ਕੰਮ ਕਰਨ ਨਾਲ ਨਹੀਂ ਚੱਲੇਗਾ। ਜਦੋਂ ਕੋਈ ਚੰਗਾ ਗਾਵੇ, ਚੰਗਾ ਖੇਡੇ, ਚੰਗਾ ਬੋਲੇ ਤਾਂ ਉਸਦੇ ਨੈਣ ਨਕਸ਼, ਕੱਦ ਕਾਠ, ਰੰਗ ਰੂਪ, ਡੀਲ ਡੋਲ ਨਹੀਂ ਵੇਖੀ ਜਾਂਦੀ। ਸਫਲਤਾ ਸਾਰੇ ਨੁਕਸਾਂ ਨੂੰ ਢੱਕ ਲੈਂਦੀ ਹੈ। ਧਿਆਨ ਗੁਣਾਂ ਵੱਲ ਦਿੱਤਾ ਜਾਂਦਾ ਹੈ। ਅਸਲੀ ਨਿਰਾਸ਼ਾਵਾਦੀ ਉਹ ਹੁੰਦੇ ਹਨ ਜਿਹੜੇ ਕੇਵਲ ਜਨਮ ਪੱਤਰੀ ਅਤੇ ਕੁੰਡਲੀ ਵਿੱਚ ਵਿਸ਼ਵਾਸ ਕਰਦੇ ਹਨ। ਨਵੀਨਤਾ ਅਤੇ ਪਰਿਵਰਤਨ ਦੇ ਵਿਰੋਧੀ ਕਦੇ ਆਗੂ ਨਹੀਂ ਬਣਦੇ, ਅੱਤਵਾਦੀ ਹੀ ਬਣਦੇ ਹਨ। ਗਰੀਬਾਂ ਦੀ ਕੇਵਲ ਭੁੱਖ ਮਜ਼ਬੂਤ ਹੁੰਦੀ ਹੈ, ਬਾਕੀ ਸਭ ਕੁਝ ਕਮਜ਼ੋਰ ਹੁੰਦਾ ਹੈ। ਸਫਾਈ ਵਾਂਗ ਚਰਿੱਤਰ ਦਾ ਵੀ ਨਿਰੰਤਰ ਧਿਆਨ ਰੱਖਣਾ ਪੈਂਦਾ ਹੈ। ਬੜੇ ਸ਼ਕਤੀਸ਼ਾਲੀ ਵਿਅਕਤੀ ਵੀ ਮਨੁੱਖ ਹੀ ਹੁੰਦੇ ਹਨ ਅਤੇ ਉਹਨਾਂ ਵਿੱਚ ਮਨੁੱਖਾਂ ਵਾਲੀਆਂ ਸਾਰੀਆਂ ਕਮਜ਼ੋਰੀਆਂ ਵੀ ਹੁੰਦੀਆਂ ਹਨ। ਜੇ ਕੋਈ ਵਿਅਕਤੀ ਤੁਹਾਡੀ ਪ੍ਰਵਾਨਗੀ ਜਾਂ ਹਮਦਰਦੀ ਲਈ ਅਸਲ ਨਾਲੋਂ ਲੰਮੇ ਹੋਣ ਦਾ ਜਾਂ ਖਾਨਦਾਨੀ ਹੋਣ ਦੇ ਦਿਖਾਵੇ ਦਾ ਯਤਨ ਕਰੇ ਤਾਂ ਕਰਨ ਦਿਓ। ਉਹ ਤੁਹਾਡਾ ਗੁਲਾਮ ਬਣਨ ਦਾ ਯਤਨ ਕਰ ਰਿਹਾ ਹੁੰਦਾ ਹੈ। ਬਹੁਤੇ ਭੇਤ ਰੱਖ ਕੇ ਜਿਉਣਾ ਸੰਭਵ ਨਹੀਂ ਹੁੰਦਾ। ਅਜਿਹਾ ਵਿਅਕਤੀ ਭਾਵੁਕਤਾ ਜਾਂ ਨਸ਼ੇ ਦੇ ਲੋਰ ਵਿੱਚ ਆਪ ਮੁਹਾਰੇ ਬੋਲਣ ਲੱਗ ਪੈਂਦਾ ਹੈ। ਜਿਨ੍ਹਾਂ ਨੇ ਤੁਹਾਡਾ ਜਾਂ ਜਿਨ੍ਹਾਂ ਦਾ ਤੁਸੀਂ ਕਿਸੇ ਵੇਲੇ ਅਪਮਾਨ ਕੀਤਾ ਹੋਵੇ, ਭਾਵੇਂ ਮਾਫ਼ੀ ਮੰਗੀ ਦਿੱਤੀ ਗਈ ਹੋਵੇ, ਤਾਂ ਵੀ ਉਹਨਾਂ ਤੋਂ ਵਫ਼ਾਦਾਰੀ ਦੀ ਆਸ ਨਹੀਂ ਕਰਨੀ ਚਾਹੀਦੀ।
ਘੱਗਰਿਆਂ ਦੀ ਰੌਣਕ ਵਿੱਚ ਗਵਾਚਾ ਪ੍ਰਸਿੱਧ ਪੁਰਸ਼ ਇੱਕੋ ਵੇਲੇ 3-4 ਟੱਬਰਾਂ ਨੂੰ ਬਰਬਾਦ ਕਰਦਾ ਹੈ। ਲਗਭਗ ਸਾਰੇ ਮਨੁੱਖਾਂ ਵਿੱਚ ਆਪਣਾ ਅਸਲੀ ਮਕਸਦ ਛੁਪਾ ਕੇ ਰੱਖਣ ਅਤੇ ਆਪਣਾ ਸਵਾਰਥ ਪੂਰਾ ਕਰਨ ਦੀ ਯੋਗਤਾ ਹੁੰਦੀ ਹੈ। ਇਹ ਯੋਗਤਾ ਮਨੁੱਖ ਨੇ ਸ਼ਿਕਾਰ ਯੁੱਗ ਵਿੱਚ ਸ਼ਿਕਾਰੀ ਪਸ਼ੂ ਪੰਛੀਆਂ ਤੋਂ ਸਿੱਖੀ ਹੈ। ਅਫਗਾਨ ਕਿਸੇ ਵਿਦੇਸ਼ੀ ਹਾਕਮ ਜਾਂ ਫੌਜ ਨੂੰ ਆਪਣੀ ਧਰਤੀ 'ਤੇ ਸਹਾਰ ਨਹੀਂ ਸਕਦੇ। ਭਾਵੇਂ ਕਿਤਨਾ ਹੀ ਸਮਾਂ ਲੱਗੇ, ਕੋਈ ਕੀਮਤ ਦੇਣੀ ਪਵੇ, ਉਹ ਵਿਦੇਸ਼ੀਆਂ ਨੂੰ ਖਦੇੜ ਕੇ ਹੀ ਰਹਿੰਦੇ ਹਨ। ਕਿਸੇ ਦੇ ਗੁੱਸੇ ਦੌਰਾਨ ਉਸ ਦੇ ਨੁਕਸ ਹੀ ਦਿਸਦੇ ਹਨ। ਕਈ ਸੋਚਦੇ ਹਨ ਕਿ ਵਿਆਹ ਤੋਂ ਮਗਰੋਂ ਹਰ ਰਾਤ ਪੂਰਨਮਾਸੀ ਹੋਵੇਗੀ। ਪਰੰਪਰਾਵਾਦੀ ਲੋਕ ਜਲਦੀ ਡਰ ਜਾਂਦੇ ਹਨ। ਪਰੰਪਰਾ ਵੀ ਬੜੀ ਜਲਦੀ ਖਤਰੇ ਵਿੱਚ ਪੈ ਜਾਂਦੀ ਹੈ। ਤੈਨਜਿੰਗ ਐਵਰੈਸਟ ਦੀ ਸਿਖਰ 'ਤੇ ਪਹੁੰਚਣ ਵਿੱਚ 6 ਵਾਰੀ ਅਸਫਲ ਹੋਣ ਉਪਰੰਤ ਸਫਲ ਹੋਇਆ ਸੀ। ਸਫਲਤਾ ਅਸਫਲਤਾ ਦੇ ਇਸ ਅਨੁਪਾਤ ਨੂੰ ਸਮਝਣ ਅਤੇ ਯਾਦ ਰੱਖਣ ਦੀ ਲੋੜ ਹੈ। ਆਪਣੀ ਹਉਮੈ ਨੂੰ ਕਾਬੂ ਵਿੱਚ ਰੱਖੋ। ਹਰ ਥਾਂ ਪ੍ਰਵਾਨ ਕੀਤੇ ਜਾਓਗੇ। ਕਿਸੇ ਦੇ ਨੇੜੇ ਹੋਣਾ, ਕਿਸੇ ਨੂੰ ਨੇੜੇ ਲਿਆਉਣਾ ਸੌਖਾ ਹੋਵੇਗਾ। ਫੈਸਲਾ ਕਰਨ ਵਿੱਚ ਦੇਰੀ ਫੈਸਲੇ ਨੂੰ ਗਲਤ ਸਿੱਧ ਕਰਨ ਵਿੱਚ ਸਭ ਤੋਂ ਵੱਡਾ ਤਰਕ ਅਤੇ ਪੱਖ ਬਣ ਜਾਂਦੀ ਹੈ। ਸੋਚ ਵਿਚਾਰ ਕੇ ਨੀਤੀ ਬਣਾਓ, ਪਰ ਨੀਤੀ ਅਨੁਸਾਰ ਫੈਸਲੇ ਜਲਦੀ ਕਰੋ। ਅਸੀਂ ਦੁਖੀ ਹੁੰਦੇ ਹਾਂ ਕਿਉਂਕਿ ਅਸੀਂ ਉਦਾਸੀ ਵੇਲੇ ਉਦਾਸ ਨਹੀਂ ਹੋਣਾ ਚਾਹੁੰਦੇ। ਪੀੜ ਵੇਲੇ ਪੀੜ ਪ੍ਰਵਾਨ ਨਹੀਂ ਕਰਦੇ। ਇਕੱਲਤਾ ਵੇਲੇ ਇਕੱਲੇ ਹੋਣ ਤੋਂ ਬਚਦੇ ਹਾਂ। ਸਥਿਤੀ ਨੂੰ ਪ੍ਰਵਾਨ ਕਰਨ ਨਾਲ ਦੁੱਖ ਘਟ ਜਾਂਦਾ ਹੈ। ਸਥਿਤੀ ਦਾ ਵਿਰੋਧ ਕਰਨ ਨਾਲ ਸਥਿਤੀ ਸਾਨੂੰ ਕੁਚਲ ਦਿੰਦੀ ਹੈ। ਅਚਾਨਕ ਹਮਲਾ ਹੋਣ ਦੀ ਸੂਰਤ ਵਿੱਚ ਪਤਾ ਹੀ ਨਹੀਂ ਲੱਗਦਾ ਕਿ ਕੀ ਹੋ ਰਿਹਾ ਹੈ। ਅਜਿਹੀ ਹਾਲਤ ਉੱਪਰ ਥੱਲੀ ਕਈ ਗਲਤੀਆਂ ਦਾ ਕਾਰਨ ਬਣਦੀ ਹੈ। ਅਜਿਹੀ ਹਾਲਤ ਨੂੰ ਉਪਜਾਉਣਾ ਹੀ ਅਚਾਨਕ ਹਮਲੇ ਦਾ ਉਦੇਸ਼ ਹੁੰਦਾ ਹੈ। ਤੇਜ਼ ਚੱਲਣ ਵਾਲੇ ਵਿਅਕਤੀ ਵਿੱਚ ਵਧੇਰੇ ਸਵੈ ਵਿਸ਼ਵਾਸ ਹੁੰਦਾ ਹੈ। ਤੇਜ਼ ਚੱਲਣ ਵਾਲੀ ਫੌਜ ਕੋਲ ਵਧੇਰੇ ਸ਼ਕਤੀ ਹੁੰਦੀ ਹੈ। ਬਹਾਦਰੀ ਅਤੇ ਰਫਤਾਰ ਪਹਿਲ ਕਰਨ ਵਾਲੇ ਦੇ ਗੁਣ ਹੁੰਦੇ ਹਨ। ਕਿਸੇ ਹੋਰ ਦੇ ਘਰ ਪੂਰਾ ਆਰਾਮ ਇਸ ਲਈ ਸੰਭਵ ਨਹੀਂ ਹੁੰਦਾ ਕਿਉਂਕਿ ਸਰੀਰਕ ਅਤੇ ਮਾਨਸਿਕ ਪੱਖੋਂ ਅਸੀਂ ਉਸ ਥਾਂ ਨਾਲ ਇਕਸੁਰ ਨਹੀਂ ਹੁੰਦੇ। ਇਸੇ ਕਰਕੇ ਕਿਸੇ ਟੀਮ ਲਈ ਬਾਹਰਲੀ ਗਰਾਊਂਡ ਵਿੱਚ ਖੇਡਣਾ ਮੁਸ਼ਕਿਲ ਹੁੰਦਾ ਹੈ। ਯੁੱਧ ਵਿੱਚ ਫੌਜ ਦਾ ਅਚਾਨਕ ਪਿੱਛੇ ਹਟਣਾ ਕਮਜ਼ੋਰੀ ਹੁੰਦੀ ਹੈ, ਪਰ ਜੇ ਫੌਜ ਵਿਉਂਤ ਬਣਾ ਕੇ ਪਿੱਛੇ ਹਟੇ, ਇਹ ਉਸਦੀ ਸ਼ਕਤੀ ਹੁੰਦੀ ਹੈ। ਜੇ ਰਾਸ਼ਟਰਗਾਨ ਸਕੂਲ ਵਿੱਚ ਨਹੀਂ ਸਿੱਖਿਆ ਤਾਂ ਕਦੇ ਨਹੀਂ ਸਿੱਖੋਗੇ। ਪਿਆਰ ਵਿੱਚ ਸਫਲਤਾ ਅਤੇ ਅਸਫਲਤਾ ਦੋਵੇਂ ਜੀਵਨ ਦੇ ਉਦੇਸ਼ ਦੀ ਪੂਰਤੀ ਵਿੱਚ ਸਹਾਈ ਹੁੰਦੀਆਂ ਹਨ। ਸਫਲਤਾ ਨਾਲ ਉਤਸ਼ਾਹ ਵੱਧਦਾ ਹੈ, ਅਸਫਲਤਾ ਨਾਲ ਅਕਲ ਵੱਧਦੀ ਹੈ। ਸੰਸਾਰ ਵਿੱਚ ਨਿਵੇਕਲੇ ਕਾਰਜ ਕਰਨ ਵਾਲਿਆਂ ਨੂੰ ਪਰੰਪਰਕ ਫੀਤੇ ਨਾਲ ਮਾਪਣਾ ਅਨਿਆਏ ਹੁੰਦਾ ਹੈ। ਗੁੱਸੇ ਦੀ ਹਾਲਤ ਵਿੱਚ ਵਿਅਕਤੀ ਆਪਣੀ ਬੋਲੀ ਵਿੱਚ ਹੀ ਗਾਲਾਂ ਕੱਢਦਾ ਹੈ। ਸੁਣਨ ਵਾਲੇ ਦੀ ਬੋਲੀ ਭਾਵੇਂ ਕੋਈ ਹੋਵੇ। ਕਿਸੇ ਦੇ ਨੈਣ ਨਕਸ਼ਾਂ ਅਤੇ ਲਿਬਾਸ ਤੋਂ ਪ੍ਰਭਾਵਿਤ ਹੋਇਆ ਜਾ ਸਕਦਾ ਹੈ, ਪਰ ਉਸ ਨਾਲ ਰਹਿਣ ਲਈ ਚਰਿੱਤਰ ਚਾਹੀਦਾ ਹੁੰਦਾ ਹੈ। ਪਿਆਰ ਸੁਭਾਵਿਕ ਹੁੰਦਾ ਹੈ, ਬੇਵਫਾਈ ਵੀ ਸੁਭਾਵਿਕ ਹੁੰਦੀ ਹੈ। ਪਿਆਰ ਅਤੇ ਬੇਵਫਾਈ ਦੋਵੇਂ ਰਲ ਕੇ ਯਾਦਗਾਰੀ ਅਨੁਭਵ ਬਣਦੇ ਹਨ। ਕਲਾਕਾਰ ਅਕਸਰ ਅਜਿਹਾ ਪਿਆਰ ਕਰਦੇ ਹਨ ਜਿਹੜਾ ਉਹਨਾਂ ਨੂੰ ਭਰਪੂਰ ਨਿਰਾਸ਼ਤਾ, ਮਾਯੂਸੀ ਅਤੇ ਪਰੇਸ਼ਾਨੀ ਦਿੰਦਾ ਹੈ, ਪਰ ਇਹੀ ਪਿਆਰ ਉਹਨਾਂ ਨੂੰ ਕਲਾਕਾਰ ਬਣਨ ਵਿੱਚ ਸਹਾਈ ਹੁੰਦਾ ਹੈ। ਰੱਬ ਦੀ ਥਾਂ 'ਤੇ ਵਰਤੇ ਗਏ ਹੋਰ ਨਾਮ ਪ੍ਰਨਾਮ ਜਿਵੇਂ ਕੁਦਰਤ, ਮਾਲਕ, ਪਰਮ ਪਿਤਾ, ਪਾਤਸ਼ਾਹ, ਸਰਵ ਸ਼ਕਤੀਮਾਨ ਆਦਿ ਤਸੱਲੀ ਨਹੀਂ ਦਿੰਦੇ। ਤਸੱਲੀ ਰੱਬ ਬੋਲ ਕੇ ਹੀ ਮਿਲਦੀ ਹੈ। ਇਸਤਰੀਆਂ ਦਾ ਮਨ ਭਾਉਂਦਾ ਵਿਸ਼ਾ ਅਤੇ ਰੁਝੇਵਾਂ ਵਿਆਹ ਹੁੰਦਾ ਹੈ। ਜਿਹੜੀਆਂ ਵਿਆਹੀਆਂ ਜਾਂਦੀਆਂ ਹਨ ਉਹ ਹੋਰਾਂ ਦੇ ਵਿਆਹ ਕਰਵਾਉਣ ਲੱਗ ਪੈਂਦੀਆਂ ਹਨ। ਇਸਤਰੀ ਨੂੰ ਕਿਸੇ ਵਿਆਹ ਵਿੱਚ ਸ਼ਾਮਿਲ ਹੋਣ ਤੋਂ ਰੋਕਣਾ ਨਹੀਂ ਚਾਹੀਦਾ। ਅਸੀਂ ਧਿਆਨ ਨਹੀਂ ਦਿੰਦੇ, ਪਰ ਸਾਡੇ 'ਤੇ ਵਿਅਕਤੀਆਂ ਨਾਲੋਂ ਵਧੇਰੇ ਪ੍ਰਭਾਵ ਵਾਤਾਵਰਨ ਅਤੇ ਆਲੇ ਦੁਆਲੇ ਦਾ ਹੁੰਦਾ ਹੈ। ਜਿਹੜੀ ਇਸਤਰੀ ਆਪ ਆਜ਼ਾਦ ਹੁੰਦੀ ਹੈ ਉਸਨੂੰ ਆਜ਼ਾਦ ਪੁਰਸ਼ ਹੀ ਪਸੰਦ ਹੁੰਦੇ ਹਨ, ਪਰ ਜ਼ਰੂਰੀ ਨਹੀਂ ਕਿ ਇਸ ਦਾ ਉਲਟ ਵੀ ਸਹੀ ਹੋਵੇ। ਕਈ ਇਤਨੀਆਂ ਗੱਪਾਂ ਮਾਰਦੇ ਹਨ ਕਿ ਉਹ ਗੱਲਾਂ ਕਰਨੀਆਂ ਭੁੱਲ ਜਾਂਦੇ ਹਨ।
ਸਿਆਣੀ ਇਸਤਰੀ ਪੁਰਸ਼ ਦੀ ਅਕਲ ਤੋਂ ਨਹੀਂ ਡਰਦੀ, ਉਹ ਆਪ ਉਸ ਦੀ ਅਕਲ ਤੋਂ ਉਚੇਰੀ ਸਾਬਤ ਹੁੰਦੀ ਹੈ, ਕਿਉਂਕਿ ਆਪਣੀ ਅਕਲ ਨੂੰ ਉਹ ਸੁੰਦਰਤਾ ਨਾਲ ਸਜਾਉਂਦੀ ਵੀ ਹੈ। ਜਿਹੜਾ ਸਾਡੇ ਨਾਲ ਸਹਿਮਤ ਹੁੰਦਾ ਹੈ, ਉਸ ਤੋਂ ਅਸੀਂ ਕੁਝ ਨਹੀਂ ਸਿੱਖਦੇ। ਲੰਮੀ ਉਦਾਸੀ ਢਹਿੰਦੀ ਕਲਾ ਬਣ ਜਾਂਦੀ ਹੈ। ਢਹਿੰਦੀ ਕਲਾ ਜਿਉਣ ਦਾ ਉਤਸ਼ਾਹ ਮਾਰ ਦਿੰਦੀ ਹੈ। ਸਫਲ ਤੇ ਪ੍ਰਸਿੱਧ ਹੋਵੋਗੇ, ਕਈ ਦੁਸ਼ਮਣ ਬਣ ਜਾਣਗੇ ਅਤੇ ਕਈ ਦੋਸਤ ਬਣ ਕੇ ਦੁਸ਼ਮਣੀ ਕਰਨਗੇ। ਜੇ ਆਪਣੇ ਬਿਮਾਰ ਹੋਣ ਦੀ ਖਬਰ ਫੈਲਾਓਗੇ ਤਾਂ ਹਾਲ ਚਾਲ ਪੁੱਛਣ ਵਾਲੇ ਆਰਾਮ ਨਹੀਂ ਕਰਨ ਦੇਣਗੇ। ਜਿਹੜੇ ਬਿਨਾਂ ਸੋਚੇ ਸਮਝੇ ਵਿਆਹ ਕਰ ਲੈਂਦੇ ਹਨ, ਅਜਿਹੇ ਪਤੀ ਪਤਨੀ ਹਰ ਕਿਸੇ ਨੂੰ ਪੁੱਛਦੇ ਹਨ, ਮੈਂ ਖਹਿੜਾ ਕਿਵੇਂ ਛੁਡਾਵਾਂ। ਇਸ ਬਾਰੇ ਝੁਰਨ ਦੀ ਬਜਾਏ ਕਿ ਤੁਹਾਡੇ ਕੋਲ ਕੀ ਨਹੀਂ, ਸੋਚੋ ਉਹ ਕੀ ਹੈ ਜੋ ਤੁਹਾਡੇ ਕੋਲ ਹੈ ਪਰ ਹੋਰਾਂ ਕੋਲ ਨਹੀਂ ਹੈ। ਗੁੱਸਾ ਆਉਂਦਾ ਇਕੱਲਾ ਹੈ ਪਰ ਬੜਾ ਨੁਕਸਾਨ ਨਾਲ ਲੈ ਜਾਂਦਾ ਹੈ। ਆਉਂਦੀ ਤਾਂ ਸਹਿਣਸ਼ੀਲਤਾ ਵੀ ਇਕੱਲੀ ਹੈ ਪਰ ਸਭ ਕੁਝ ਨਾਲ ਲੈ ਆਉਂਦੀ ਹੈ। ਹੋਰਾਂ ਨੂੰ ਹਮਦਰਦੀ ਨਾਲ ਵੇਖੋ, ਪ੍ਰਤੀਤ ਹੋਵੇਗਾ ਐਵੇਂ ਹੀ ਉਹਨਾਂ ਦੀ ਆਲੋਚਨਾ ਕਰਦੇ ਰਹੇ ਹਾਂ। ਗੁੰਝਲਦਾਰ ਵਿਅਕਤੀ ਵੀ ਪਸੰਦ ਸਰਲ ਵਿਅਕਤੀਆਂ ਨੂੰ ਕਰਦੇ ਹਨ। ਜੇ ਖਾਣ ਵਾਲੀ ਚੀਜ਼ ਬਹੁਤ ਘੱਟ ਹੋਵੇ ਤਾਂ ਉਹ ਭੁੱਖ ਨੂੰ ਹੋਰ ਵਧਾ ਦਿੰਦੀ ਹੈ। ਜੇ ਇਕੱਲਿਆਂ ਰਹਿਣਾ ਪੈ ਜਾਵੇ ਤਾਂ ਸਵਰਗ ਵੀ ਅਕਾ ਦੇਵੇਗਾ। ਸੰਸਾਰ ਦੇ ਹਰੇਕ ਵਿਅਕਤੀ ਨੂੰ ਵੱਖਰਾ ਪ੍ਰਸ਼ਨ ਪੱਤਰ ਮਿਲਿਆ ਹੋਇਆ ਹੈ। ਜ਼ਿੰਦਗੀ ਦੀ ਪ੍ਰੀਖਿਆ ਜਾਰੀ ਹੈ। ਜਿੱਥੇ ਪਰਿਵਾਰ ਅਤੇ ਰੁਜ਼ਗਾਰ ਹੋਵੇ, ਉੱਥੇ ਦਿਲ ਲੱਗ ਜਾਂਦਾ ਹੈ। ਆਪਣੇ ਨੁਕਸ ਜਾਣਨ ਵਾਲਾ ਸਿਆਣਾ ਹੁੰਦਾ ਹੈ, ਉਹਨਾਂ ਨੂੰ ਦੂਰ ਕਰਨ ਵਾਲਾ ਬੁੱਧੀਮਾਨ ਹੁੰਦਾ ਹੈ। ਜੇ ਦੂਜਿਆਂ ਦੇ ਨੁਕਸਾਂ ਦੇ ਬਾਵਜੂਦ ਉਹ ਤੁਹਾਨੂੰ ਪ੍ਰਵਾਨ ਹਨ ਤਾਂ ਤੁਹਾਡੇ ਵਰਗਾ ਕੋਈ ਨਹੀਂ। ਚੈਨਲ ਨੂੰ ਸਬਸਕ੍ਰਾਈਬ ਕਰਨ ਲਈ ਧੰਨਵਾਦ। ਤੁਹਾਡਾ ਦਿਨ ਸ਼ੁਭ ਰਹੇ।